ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ। ਜਗਤ ਗੁਰੂ ਬਾਬਾ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਇੱਕ ਸ਼ਬਦ ਪਿੱਛੇ ਆਪਾਂ ਵਿਚਾਰਿਆ। ਦੂਸਰਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ। ਕਹਿੰਦੇ ਇਹ ਮਨ ਇਸ ਕਾਇਆ ਰੂਪੀ ਮੰਦਰ ਦੇ ਅੰਦਰ ਚੱਲ ਕੇ ਅੰਤਰਮੁਖੀ ਹੋ ਜਾਏ। ਜਦੋਂ ਮਨ ਅੰਤਰਮੁਖੀ ਹੋ ਜਾਏ ਤੋ ਸਮਝ ਲਓ ਇੱਕ ਰਮਤੇ ਸਾਧ ਦਾ ਭੇਖ ਹੈ। ਕਲੰਦਰ ਕਹਿੰਦੇ ਨੇ ਰਮਤਾ ਸਾਧ। ਜਿਹੜੇ ਸਾਧ ਰਮਤੇ ਆ ਨਾ, ਰਮਣ ਕਰਨ ਵਾਲੇ ਫਿਰਦੇ ਆ ਮਹਾਂਪੁਰਸ਼, ਕਹਿੰਦੇ ਫਿਰ ਇਹ ਰਮਤਾ ਸਾਧੂ ਬਣ ਜਾਂਦਾ ਹੈ ਜਦੋਂ ਅੰਤਰਮੁਖੀ ਹੋ ਜਾਏ। ਫਿਰ ਇਹਦੇ ਵਰਗਾ ਸਾਧ ਕੋਈ ਨਹੀਂ। ਜਦੋਂ ਅੰਤਰਮੁਖੀ ਹੋ ਜਾਏ ਫਿਰ ਜਿਵੇਂ ਰਮਤੇ ਸਾਧ ਤੀਰਥਾਂ ਤੇ ਜਾਂਦੇ ਇਸ਼ਨਾਨ ਕਰਨ, ਕਹਿੰਦੇ ਫਿਰ ਇਹ ਮਨ ਜਦੋਂ ਅੰਤਰਮੁਖੀ ਹੋ ਜੇ ਇਹ ਤਨ ਵੀ ਫਿਰ ਰਮਤਾ ਸਾਧ ਬਣ ਜਾਂਦਾ ਹੈ। ਜਦੋਂ ਅੰਤਰਮੁਖੀ ਹੁੰਦਾ ਫਿਰ ਅੰਦਰ ਜਿਹੜਾ ਆਪਣੀ ਨਿਜ ਆਤਮਾ ਦਾ ਤੀਰਥ ਹੈ ਉਹਦੇ ਵਿੱਚ ਇਸ਼ਨਾਨ ਕਰਨ ਲੱਗ ਪੈਂਦਾ। ਘਟ ਹੀ ਤੀਰਥ ਨਾਵ। ਘਟ ਇਸ ਕਾਇਆ ਦੇ ਅੰਦਰ ਹੀ ਜਿਹੜਾ ਘਾਟ ਹੈ, ਤੀਰਥ ਹੈ, ਉਹਦੇ ਵਿੱਚ ਫਿਰ ਨਹਾਵਣ ਲੱਗ ਪੈਂਦਾ, ਇਸ਼ਨਾਨ ਕਰਨ ਲੱਗ ਪੈਂਦਾ। ਇਹਨੂੰ ਬਾਹਰ ਨਹੀਂ ਭਟਕਣਾ ਪੈਂਦਾ। ਇਸ ਤਰ੍ਹਾਂ ਸਮਝ ਲਓ। ਇੱਦਾਂ ਵੀ ਮਹਾਂਪੁਰਸ਼ ਅਰਥ ਕਰਦੇ ਆ ਵੀ ਇਹ ਮਨ ਬਾਂਦਰ ਹੈ। ਮਨ ਮੰਦਰ, ਮੰਦਰ ਨਾਮ ਬਾਂਦਰ ਦਾ ਵੀ ਹੈ। ਤੇ ਬਾਂਦਰ ਨੂੰ ਨਚਾਉਣ ਵਾਲਾ ਕੌਣ ਹੁੰਦਾ ਹੈ? ਕਲੰਦਰ। ਇਹ ਤਨ ਕਲੰਦਰ ਹੈ। ਜਿਹੜੀਆਂ ਇੰਦਰੀਆਂ ਨੇ ਇਹ ਕਲੰਦਰ ਨੇ। ਅੱਖਾਂ ਵੇਖਦੀਆਂ ਨੇ ਤੇ ਮਨ ਭੱਜ ਕੇ ਜਾਂਦਾ, ਕੰਨ ਵੀ ਸੁਣਦੇ ਨੇ ਤੇ ਮਨ ਭੱਜ ਕੇ ਉਧਰ ਜਾਂਦਾ। ਇਹ ਤਨ ਕਲੰਦਰ ਹੈ। ਹੁਣ ਕਹਿੰਦੇ ਮਨ ਜਦੋਂ ਇਕਾਗਰ ਹੋ ਗਿਆ, ਇੰਦਰੀਆਂ ਵੀ ਕਾਬੂ ਵਿੱਚ ਆ ਗਈਆਂ। ਮਨ ਜਦੋਂ ਅੰਦਰ ਚਲਾ ਗਿਆ, ਅੰਤਰਮੁਖੀ ਹੋ ਗਿਆ, ਇੰਦਰੀਆਂ ਵੀ ਕਾਬੂ ਹੋ ਗਈਆਂ। ਹੁਣ ਅੰਤਸ਼ਕਰਨ ਵਿੱਚ ਗਿਆ ਹੋਇਆ, ਅੰਤਰਮੁਖੀ ਹੋਇਆ ਹੋਇਆ ਮਨ ਆਪਣੀ ਨਿਜ ਆਤਮਾ ਦੇ ਤੀਰਥ ਵਿੱਚ ਨਹਾਉਂਦਾ, ਰੱਜ ਰੱਜ ਕੇ ਇਸ਼ਨਾਨ ਕਰਦਾ। ਅੰਤਰਗਤ ਤੀਰਥ ਮਲ ਨਾਉ। ਅੰਤਰਗਤ ਆਪਣੇ ਅੰਦਰ ਹੀ ਤੀਰਥ ਦੇ ਵਿੱਚ ਇਸ਼ਨਾਨ ਕਰਦਾ। ਇਸ ਤਰ੍ਹਾਂ ਸਮਝ ਲਓ। ਮੁੱਖ ਅਰਥ ਇਹੀ ਹੈ ਕਿ ਮਨ ਮੰਦਰ ਹੋ ਗਿਆ। ਜਦੋਂ ਇਸ ਕਾਇਆ ਰੂਪੀ ਸਰੀਰ ਦੇ ਮੰਦਰ ਦੇ ਵਿੱਚ ਅੰਤਸ਼ਕਰਨ ਵਿੱਚ ਚਲਾ ਗਿਆ, ਇਕਾਗਰ ਹੋ ਗਿਆ, ਅੰਤਰਮੁਖੀ ਹੋ ਗਿਆ, ਤਾਂ ਫਿਰ ਉਸ ਵਕਤ ਇਹ ਰਮਤੇ ਸਾਧੂ ਦਾ ਭੇਖੀ ਬਣ ਗਿਆ, ਯਾਨੀ ਕਿ ਸਾਧ ਹੋ ਗਿਆ ਔਰ ਆਪਣੇ ਅੰਤਰ ਵਾਲੇ ਆਤਮਾ ਸਵਰੂਪ ਰੂਪੀ ਤੀਰਥ ਵਿੱਚ ਇਹ ਇਸ਼ਨਾਨ ਕਰਨ ਲੱਗ ਪਿਆ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਾਹੁੜ ਜਨਮ ਨਾ ਆਵਾ। ਹੁਣ ਸਤਿਗੁਰਾਂ ਦਾ ਇੱਕ ਸ਼ਬਦ ਹੀ ਮੇਰੇ ਪ੍ਰਾਣਾਂ ਵਿੱਚ ਵਸਦਾ। ਏਕ ਸ਼ਬਦ ਜਦੋਂ ਮੇਰੇ ਪ੍ਰਾਣਾਂ 'ਚ ਵਸ ਗਿਆ, ਸ਼ਬਦ ਪ੍ਰਾਣਾਂ ਵਿੱਚ ਵੀ ਵਸਦਾ। ਹਾਂ, ਵਸਦਾ। ਜਦੋਂ ਹਰ ਪ੍ਰਾਣ ਵਿੱਚ, ਹਰ ਸਵਾਸ ਵਿੱਚ ਉਸ ਦਾ ਚਿੰਤਨ ਹੋਵੇਗਾ ਤਾਂ ਸਮਝ ਲੈਣਾ ਹਰ ਸਵਾਸ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਵਸਿਆ ਹੋਇਆ। ਇਹ ਅਭਿਆਸ, ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ। ਇਸ ਚਿੰਤਨ ਨਾਲ ਜਦੋਂ ਇੱਕ ਸ਼ਬਦ ਪ੍ਰਾਣਾਂ 'ਚ ਵਸ ਗਿਆ ਤੇ ਜਿਨ੍ਹਾਂ ਦੇ ਪ੍ਰਾਣਾਂ 'ਚ ਵਸ ਗਿਆ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਮੁੜ ਕੇ ਫਿਰ ਜੋਨੀਆਂ 'ਚ ਨਹੀਂ ਆਉਣਾ ਪੈਂਦਾ। ਮੇਰੇ ਪ੍ਰਾਣਾਂ ਵਿੱਚ ਇੱਕ ਸ਼ਬਦ ਵਸ ਗਿਆ। एक शब्द मेरा प्राण बस्त है। गुरु का एक शब्द, या इदा कह लिए गुरु का उपदेश
ਮੇਰੇ ਪ੍ਰਾਣਾਂ 'ਚ ਵਸ ਗਿਆ। ਜਿਵੇਂ ਪ੍ਰਾਣ ਮੇਰੇ ਤੋਂ ਨਹੀਂ ਵਿਸਰਦੇ, ਇੱਦਾਂ ਗੁਰੂ ਕਾ ਸ਼ਬਦ ਮੇਰੇ ਤੋਂ ਨਹੀਂ ਵਿਸਰਦਾ। ਤੇ ਜਿਸ ਦਿਨ ਤੋਂ ਗੁਰੂ ਕਾ ਸ਼ਬਦ ਮੇਰੇ ਪ੍ਰਾਣਾਂ 'ਚ ਵਸਿਆ, ਮੈਂ ਇਹ ਜਾਣ ਲਿਆ ਕਿ ਹੁਣ ਮੈਂ ਮੁੜ ਕੇ ਜੋਨੀਆਂ ਵਿੱਚ ਨਹੀਂ ਆਉਣਾ। ਬਾਹੁੜ ਜਨਮ ਨਾ ਆਵਾ, ਉਹ ਮੁੜ ਕੇ ਜਨਮ ਵਿੱਚ ਨਹੀਂ ਆਉਂਦਾ। ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ। ਉਸ ਦਿਆਲੂ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਵਿੱਚ ਮੇਰਾ ਇਹ ਮਨ ਵਿੰਨਿਆ ਗਿਆ। ਉਹਦੇ ਪ੍ਰੇਮ ਦੇ ਅਣੀਆਂ ਵਾਲੇ ਤੀਰਾਂ ਨਾਲ ਮੇਰਾ ਇਹ ਮਨ ਵਿੰਨਿਆ ਗਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਮੇਰਾ ਇਹ ਮਨ ਵਿੰਨਿਆ। ਬੀਦੇ ਦਾ ਮਤਲਬ ਹੁੰਦਾ ਵਿੰਨ ਗਿਆ, ਮਨ ਬੇਦਿਆ, ਮੇਰਾ ਮਨ ਵਿੰਨਿਆ ਗਿਆ ਸਤਿਗੁਰਾਂ ਦੇ ਪ੍ਰੇਮ ਵਿੱਚ, ਦਿਆਲੂ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਵਿੱਚ। ਕੌਣ ਜਾਣੈ ਪੀਰ ਪਰਾਈ। ਇਹ ਗੱਲ ਯਾਦ ਰੱਖਿਓ, ਤੁਹਾਡੇ ਅੰਦਰ ਦੀ ਪੀੜਾ ਕੇਵਲ ਉਹੀ ਜਾਣਦਾ, ਕੋਈ ਦੂਸਰਾ ਨਹੀਂ ਜਾਣ ਸਕਦਾ। ਕੌਣ ਜਾਣਦਾ ਕਿਸੇ ਦੀ ਪਰਾਈ ਪੀੜਾ ਨੂੰ? ਜੋ ਤਕਲੀਫ ਜਿਸ ਨੂੰ ਹੈ ਉਹੀ ਜਾਣਦਾ। ਦੂਜਾ ਤਾਂ ਸਹਾਨੂਭੂਤੀ ਦੇ ਸਕਦਾ ਨਾ, ਉਹ ਤਾਂ ਇਹੀ ਕਹਿ ਸਕਦਾ ਕੋਈ ਨਹੀਂ, ਧੀਰਜ ਰੱਖ, ਹੌਸਲਾ ਰੱਖ। ਉਹ ਉਹਦੀ ਪੀੜ ਨੂੰ ਆਪਣੇ ਤਨ ਤੇ ਧਿਆਨ ਨਹੀਂ ਨਾ ਲੈ ਸਕਦਾ, ਉਹ ਮਹਿਸੂਸ ਤਾਂ ਨਹੀਂ ਨਾ ਕਰ ਸਕਦਾ। ਜਿਸ ਦੇ ਅੰਦਰ ਜੋ ਪੀੜਾ ਹੈ, ਉਸ ਪੀੜਾ ਨੂੰ ਕੋਈ ਪਰਾਇਆ ਨਹੀਂ ਜਾਣ ਸਕਦਾ। ਉਸ ਪੀੜਾ ਨੂੰ ਜਾਂ ਉਹ ਜਾਣੇ ਜਿਸ ਨਾਲ ਬੀਤ ਰਹੀ ਹੈ, ਜਾਂ ਉਹ ਜਾਣੇ ਜੋ ਇਸ ਦੇ ਅੰਦਰ ਵਸ ਕੇ ਉਸ ਪੀੜਾ ਨੂੰ ਮਹਿਸੂਸ ਕਰ ਰਿਹਾ। ਤੇ ਉਹ ਕੌਣ ਹੈ? ਉਹ ਰੱਬ ਹੈ, ਪਰਮਾਤਮਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਇਸ ਦੀ ਪੀੜਾ ਨੂੰ ਨਹੀਂ ਜਾਣ ਸਕਦਾ। ਹਮ ਨਾਹੀ ਚਿੰਤ ਪਰਾਈ। ਜੇ ਕੋਈ ਦੂਜਾ ਮੇਰੀ ਪੀੜਾ ਨੂੰ ਜਾਣ ਹੀ ਨਹੀਂ ਸਕਦਾ ਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ। ਹਮ ਨਾਹੀ ਚਿੰਤ ਪਰਾਈ, ਮੈਨੂੰ ਨਹੀਂ ਪਰਵਾਹ। ਇੱਥੇ ਚਿੰਤ ਦਾ ਅਰਥ ਪ੍ਰਵਾਹ ਵੀ ਕਰ ਸਕਦੇ ਹਾਂ। ਜੇ ਮੇਰੀ ਪੀੜਾ ਨੂੰ ਮੈਂ ਹੀ ਜਾਣਨਾ ਤੇ ਮੈਂ ਲੋਕਾਂ ਦੀਆਂ ਪਰਵਾਹਾਂ ਉਂਝੇ ਮੰਨੀ ਜਾਵਾਂ। ਮੈਨੂੰ ਕਿਸੇ ਦੀ ਪਰਵਾਹ ਨਹੀਂ ਇੱਕ ਅਕਾਲ ਪੁਰਖ ਤੋਂ ਬਿਨਾਂ। ਬੇਪਰਵਾਹ ਸਦਾ ਰੰਗ ਹਰ ਕੈ, ਜਾਕੋ ਪਾਖ ਸੁਆਮੀ। ਜੇ ਮੇਰੀ ਪੀੜਾ ਨੂੰ ਕਿਸੇ ਦੂਜੇ ਨੇ ਜਾਣਨਾ ਹੀ ਨਹੀਂ ਤੇ ਫਿਰ ਮੈਂ ਉਹਨਾਂ ਦੂਜਿਆਂ ਦੀ ਪਰਵਾਹ ਕਿਉਂ ਕਰਦਾ ਫਿਰਾਂ? ਹਮ ਨਾਹੀ ਚਿੰਤ ਪਰਾਈ। ਮਹਾਰਾਜ ਜੀ ਕਹਿੰਦੇ ਸਾਨੂੰ ਨਹੀਂ ਕਿਸੇ ਦੀ ਚਿੰਤਾ, ਸਾਨੂੰ ਨਹੀਂ ਕਿਸੇ ਦਾ ਫਿਕਰ, ਸਾਨੂੰ ਨਹੀਂ ਕਿਸੇ ਦੀ ਪਰਵਾਹ ਕਿ ਕੌਣ ਕੀ ਕਹਿ ਰਿਹਾ, ਕੌਣ ਕੀ ਆਖਦਾ ਤੇ ਕੌਣ ਕੀ ਕਹੇਗਾ। ਅਸੀਂ ਇਸੇ ਚਿੰਤਾ 'ਚ ਹੀ ਰਹਿੰਦੇ ਹਾਂ। ਲੋਕ ਕੀ ਆਖਣਗੇ, ਸਮਾਜ ਕੀ ਕਹੇਗਾ, ਦੁਨੀਆ ਕੀ ਕਹੇਗੀ ਜੇ ਮੈਂ ਆਹ ਕੰਮ ਨਾ ਕੀਤਾ। ਰੱਬ ਦੇ ਪਿਆਰੇ ਕਹਿੰਦੇ ਆ ਸਾਨੂੰ, ਜੇ ਮੇਰੀ ਪੀੜਾ ਨੂੰ ਮੈਂ ਹੀ ਮੰਨਣਾ, ਉਦੋਂ ਉਹਨਾਂ ਵਿੱਚੋਂ ਕਿਸੇ ਲੋਕਾਂ ਦੇ ਵਿੱਚੋਂ ਕਿਸੇ ਨੇ ਬੌੜਨਾ ਹੀ ਨਹੀਂ। ਉਸ ਦਰਦ ਨੂੰ ਮੈਂ ਮਹਿਸੂਸ ਕਰਨਾ ਤੇ ਫਿਰ ਮੈਂ ਉਹਨਾਂ ਦੇ ਪ੍ਰਵਾਹ ਨੂੰ ਮੰਨ ਕੇ ਆਪਣਾ ਸਮਾਂ ਜਾਈ ਕਿਉਂ ਕਰਾਂ? ਮੈਂ ਕਿਉਂ ਉਹ ਕੰਮ ਕਰਾਂ ਜਿਹੜੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੁੰਦੇ ਨੇ ਤੇ ਗੁਰੂ ਨੂੰ ਰਸਾਉਣ ਵਾਸਤੇ ਹੁੰਦੇ ਨੇ? ਆਮ ਕਰਕੇ ਲੋਕ ਇਹੀ ਕਰਦੇ ਨੇ ਨਾ, ਉਹ ਕਹਿੰਦੇ ਕੋਈ ਗੱਲ ਨਹੀਂ, ਗੁਰੂ ਸਾਹਿਬ ਨੂੰ ਮਨਾ ਲਵਾਂਗੇ, ਲੋਕ ਖੁਸ਼ ਹੋ ਜਾਣ। ਦੁਨੀਆ ਨੂੰ ਖੁਸ਼ ਕਰਨ ਲਈ ਜਿੰਨੇ ਮਰਜ਼ੀ ਭੈੜੇ ਕੰਮ ਕਰੀ ਜਾਵੇ। ਮਹਾਰਾਜ ਜੀ ਕਹਿੰਦੇ ਸਾਨੂੰ ਕਿਸੇ ਬਗਾਨੇ ਦੀ, ਕਿਸੇ ਦੂਜੇ ਦੀ ਕੋਈ ਪਰਵਾਹ ਨਹੀਂ ਹੈ। ਰਹਾਉ ਆਗਮ ਅਗੋਚਰ ਅਲਖ ਅਪਾਰ, ਚਿੰਤਾ ਕਰੋ ਹਮਾਰੀ। ਇਹ ਵਾਹਿਗੁਰੂ ਜੀ ਤੁਸੀਂ ਅਗੰਮ ਹੋ, ਅਪਹੁੰਚ ਹੋ, ਅਗੋਚਰ ਹੋ, ਅਲਖ ਹੋ, ਅਪਾਰ ਹੋ, ਪਾਰਾਵਾਰ ਤੋਂ ਰਹਿਤ ਹੋ। ਹੇ ਮੇਰੇ ਸਾਹਿਬ ਜੀ, ਹੇ ਮੇਰੇ ਰੱਬ ਜੀ, ਤੁਸੀਂ ਸਾਡੀ ਚਿੰਤਾ ਕਰਦੇ ਹੋ, ਤੁਸੀਂ ਸਾਡਾ ਫਿਕਰ ਕਰਦੇ ਹੋ। ਉਹਨੂੰ ਚਿੰਤਾ ਹੈ ਸਾਡੇ ਸਾਰਿਆਂ ਦੀ, ਉਹਨੂੰ ਸਾਡੇ ਸਾਰਿਆਂ ਦਾ ਫਿਕਰ ਹੈ। ਪੈਦਾ ਜੋ ਕੀਤੇ ਨੇ ਉਹਨੇ ਸਾਰੇ, ਤੇ ਜੇ ਉਹਨੇ ਪੈਦਾ ਕੀਤੇ ਨੇ ਤੇ ਫਿਰ ਉਹਨੂੰ ਸਾਰਿਆਂ ਦੀ ਚਿੰਤਾ ਹੈ। ਮਹਾਰਾਜ
ਤੁਸੀਂ ਸਾਡੀ ਚਿੰਤਾ ਕਰਨ ਵਾਲੇ ਹੋ। ਜਲ ਥਲ ਮਹੀਅਲ ਭਰਪੁਰ ਲੀਨਾ ਘਟ ਘਟ ਜੋਤ ਤੁਮਾਰੀ। ਜਲ ਥਲ ਧਰਤੀ ਤੇ ਆਕਾਸ਼ ਵਿੱਚ ਤੁਸੀਂ ਸਾਰਿਆਂ ਵਿੱਚ ਭਰਪੂਰ ਹੋ, ਮਿਲੇ ਹੋਏ ਹੋ। ਘਟ ਘਟ ਵਿੱਚ ਮਹਾਰਾਜ ਜੀ ਤੁਹਾਡੀ ਜੋਤ ਹੈ, ਤੁਹਾਡਾ ਪ੍ਰਕਾਸ਼ ਹੈ, ਤੁਹਾਡੀ ਚੇਤਨਾ ਹੈ, ਔਰ ਤੁਸੀਂ ਸਾਰਿਆਂ ਦਾ ਫਿਕਰ ਕਰਨ ਵਾਲੇ ਹੋ, ਸਰਬ ਦੀ ਚਿੰਤਾ ਕਰਨ ਵਾਲੇ ਹੋ। ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ। ਮਹਾਰਾਜ ਜੀ ਤੁਹਾਡੀ ਸਿੱਖਿਆ, ਤੁਹਾਡੀ ਦਿੱਤੀ ਮਤ, ਤੁਹਾਡੀ ਦਿੱਤੀ ਬੁੱਧ ਹੈ ਸਾਡੇ ਕੋਲ, ਤੇ ਮੇਰਾ ਜਿਹੜਾ ਇਹ ਮਨ ਹੈ ਇਹ ਤੁਹਾਡੇ ਛਾਵਾਂ, ਤੁਹਾਡੇ ਸਰੂਪ ਦੇ ਵਿੱਚ ਸਥਿਤ ਰਹਿੰਦਾ, ਟਿਕਿਆ ਰਹਿੰਦਾ। ਮੰਦਰ ਛਾਵਾਂ, ਮੇਰਾ ਜਿਹੜਾ ਮਨ ਹੈ ਇਹ ਤੁਹਾਡਾ ਜਿਹੜਾ ਸਵਰੂਪ ਹੈ, ਛਾਵਾ ਦਾ ਇੱਥੇ ਅਰਥ ਕਰਾਂਗੇ ਤੁਹਾਡਾ ਸਵਰੂਪ, ਉਹਦੇ ਵਿੱਚ ਸਥਿਤ ਰਹਿੰਦਾ, ਉਹਦੇ 'ਚ ਟਿਕਿਆ ਰਹਿੰਦਾ। ਇਸ ਤਰ੍ਹਾਂ ਵੀ ਅਰਥ ਕਰਦੇ ਨੇ, ਹੇ ਵਾਹਿਗੁਰੂ ਇਹ ਜਿਤਨੇ ਸੰਸਾਰ ਦੇ ਜੀਵਾਂ ਰੂਪੀ ਮੰਦਰ ਬਣੇ ਨੇ, ਸਰੀਰ ਬਣੇ ਨੇ, ਇਹ ਤੁਹਾਡੇ ਬਣਾਏ ਹੋਏ ਨੇ। ਇਹਨਾਂ ਨੂੰ ਦਿੱਤੀ ਹੋਈ ਜਿੰਨੀ ਸਿੱਖਿਆ ਮਤ ਬੁੱਧ ਹੈ ਉਹ ਤੁਹਾਡੀ ਦਿੱਤੀ ਹੋਈ ਹੈ। ਹਰ ਇੱਕ ਮਨੁੱਖ ਨੂੰ ਪਰਮੇਸ਼ਰ ਨੇ ਅਕਲ ਦਿੱਤੀ ਹੈ ਨਾ, ਜਿੰਨੀ ਜਿੰਨੀ ਦਿੱਤੀ ਹੈ ਉਨਾ ਉਨਾ ਵਰਤਾਰਾ ਉਹਨੂੰ ਪ੍ਰਾਪਤ ਹੋਇਆ ਹੋਇਆ। ਪਰਮੇਸ਼ਰ ਦੀ ਦਿੱਤੀ ਹੋਈ ਹੈ ਮਤ ਬੁੱਧ, ਅਕਾਲ ਪੁਰਖ ਦੀ ਦਿੱਤੀ ਹੋਈ ਹੈ ਸਾਰਿਆਂ ਨੂੰ ਅਕਲ। ਹਾਂਜੀ। ਤੁਝ ਬਿਨ ਆਵਰ ਨਾ ਜਾਣਾ ਮੇਰੇ ਸਾਹਿਬ ਗੁਣ ਗਾਵਾ ਨਿਤ ਤੇਰੇ। ਹੇ ਵਾਹਿਗੁਰੂ ਤੁਹਾਡੇ ਬਿਨਾ ਮੈਂ ਕਿਸੇ ਦੂਸਰੇ ਨੂੰ ਜਾਣਦਾ ਹੀ ਨਹੀਂ। ਜਾਣਾ ਕਿਵੇਂ ਜਦੋਂ ਹੈ ਹੀ ਨਹੀਂ ਤੁਹਾਡੇ ਬਿਨਾ ਕੋਈ ਦੂਜਾ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਕੋਈ ਹੋਰ ਮੇਰੇ ਸਾਹਿਬ ਜੀ ਮੈਂ ਜਾਣਦਾ ਹੀ ਨਹੀਂ ਕਿਸੇ ਨੂੰ ਤੁਹਾਡੇ ਬਿਨਾ। ਕਿਸੇ ਨਾਲ ਪਹਿਚਾਣ ਹੀ ਨਹੀਂ ਹੈ। ਗੁਣ ਗਾਵਾਂ ਨਿਤ ਤੇਰੇ, ਇਸ ਕਰਕੇ ਮਹਾਰਾਜ ਮੈਂ ਤਾਂ ਤੁਹਾਡੇ ਹੀ ਗੁਣ ਗਾਉਣਾ, ਨਿਤ ਤੇਰੇ ਹੀ ਗੁਣ ਗਾਉਣਾ, ਕਿਉਂਕਿ ਤੁਹਾਡੇ ਬਿਨਾ ਮੈਂ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ। ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ। ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ। ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਕਿਸੇ ਆਖਿਆ ਜੀ ਫਲਾਣਾ ਮਹਾਂਪੁਰਸ਼, ਫਲਾਣਾ ਫਕੀਰ, ਫਲਾਣਾ ਪੀਰ, ਫਲਾਣੀ ਥਾਂ ਤੇ ਫਲਾਣਾ ਬਾਬਾ, ਫਲਾਣਾ ਸਿਆਣਾ, ਬੜਾ ਵਧੀਆ। ਗੁਰਸਿੱਖ ਦੇ ਸੁਣਿਆ ਕਿਸੇ ਦੇ ਮੂੰਹ, ਜਿਹੜਾ ਤਾਂ ਗੁਰਸਿੱਖ ਹੈ ਉਹ ਕਹਿੰਦਾ ਹਾਂ ਭਾਈ ਹੋਵੇਗਾ, ਤੇਰੇ ਲਈ ਹੋਵੇਗਾ, ਪਰ ਮੈਂ ਆਪਣੇ ਗੁਰੂ ਬਾਬੇ ਤੋਂ, ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੂਜੇ ਨੂੰ ਨਹੀਂ ਜਾਣਦਾ। ਮੇਰੀ ਨਹੀਂ ਪਹਿਚਾਣ ਕਿਸੇ ਨਾਲ, ਮੈਂ ਜਾਣਦਾ ਹੀ ਨਹੀਂ ਕਿਸੇ ਨੂੰ, ਕਿਸੇ ਦੂਜੇ ਨੂੰ ਨਹੀਂ ਜਾਣਦਾ। ਹੋਵੇ ਉਹ ਲੜਦਾ ਨਹੀਂ ਕਿਸੇ ਨਾਲ, ਬਹਿਸਬਾਜ਼ੀ ਨਹੀਂ ਕਰਦਾ, ਕਹਿੰਦੇ ਹਾਂ ਭਾਈ ਹੋਵੇਗਾ, ਤੇਰੀ ਆਸਥਾ ਹੋਣੀ ਹੈ ਉੱਥੇ, ਪਰ ਮੈਂ ਆਪਣੇ ਗੁਰੂ ਬਿਨਾਂ ਕਿਸੇ ਨੂੰ ਨਹੀਂ ਜਾਣਦਾ। ਇਹ ਗੁਰਸਿੱਖ ਦਾ ਨਿਸ਼ਚਾ, ਇਹ ਗੁਰੂ ਕੇ ਸਿੱਖ ਦੀ ਭਾਵਨਾ। ਅੱਜ ਕੱਲ ਦਾ ਵਰਤਾਰਾ ਐਸਾ ਜਿਵੇਂ ਕਿਸੇ ਨੇ ਕਹਿ ਦਿੱਤਾ ਫਲਾਣੀ ਥਾਂ ਤੇ ਜੀ ਆਹ ਕੰਮ ਹੁੰਦਾ, ਚਲੋ ਜੀ ਤੁਰ ਪਿਆ ਨਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਟੇਕ ਛੱਡ ਕੇ, ਗੁਰੂ ਗ੍ਰੰਥ ਸਾਹਿਬ ਦਾ ਆਸਰਾ ਛੱਡ ਕੇ ਥਾਂ ਥਾਂ ਤੇ ਭਟਕਦੇ ਫਿਰਦੇ ਆ ਲੋਕ, ਦਰ ਬਦਰ ਭਟਕਦੇ ਫਿਰਦੇ, ਦੱਬੀਆਂ ਪਖੰਡੀਆਂ ਦੇ ਚੁੰਗਲ ਦੇ ਵਿੱਚ ਫਸੇ ਹੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕੈਸਾ ਨਿਸ਼ਚਾ ਸਾਨੂੰ ਦੇ ਰਹੇ ਨੇ, ਮਹਾਰਾਜ ਮੈਂ ਤੁਹਾਡੇ ਬਿਨਾਂ ਕਿਸੇ ਨੂੰ ਨਹੀਂ ਜਾਣਦਾ।
ਮੈਨੂੰ ਪਤਾ ਹੀ ਨਹੀਂ ਕਿਸੇ ਬਾਰੇ, ਜਾਣਦਾ ਹੀ ਨਹੀਂ ਮੈਂ ਕਿਸੇ ਬਾਰੇ। ਇਸ ਕਰਕੇ ਮੈਂ ਤੁਹਾਡੇ ਹੀ ਗੁਣ ਗਾਉਂਦਾ ਹਾਂ ਨਿਤ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਤਾਂ ਹੀ ਤਾਂ ਮਹਾਰਾਜ ਨਿਤ ਤੁਹਾਡੇ ਗੁਣ ਗਾਇਨ ਕਰਦਾ ਹਾਂ, ਕਿਉਂਕਿ ਮੈਂ ਤੁਹਾਡੇ ਬਿਨਾਂ ਕਿਸੇ ਦੂਜੇ ਨੂੰ ਨਹੀਂ ਜਾਣਦਾ। ਜੀ ਅਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਪ੍ਰਭੂ ਇਹ ਜਿਤਨੇ ਜੀ ਜੰਤ ਨੇ ਸਭ ਤੇਰੀ ਸ਼ਰਨ ਨੇ, ਇਹਨਾਂ ਸਾਰਿਆਂ ਦੀ ਚਿੰਤਾ ਤੈਨੂੰ ਹੈ, ਤੂੰ ਇਹਨਾਂ ਨੂੰ ਪਾਲਣਾ। ਸਰਬ ਚਿੰਤ ਤੁਧ ਪਾਸੇ, ਸਾਰਿਆਂ ਦੀ ਚਿੰਤਾ ਮਹਾਰਾਜ ਤੁਹਾਨੂੰ ਹੈ, ਤੁਹਾਡੇ ਪਾਸ ਹੈ। ਸਭ ਦੀ ਪਾਲਣਾ ਤੁਸੀਂ ਕਰਨੀ ਹੈ, ਚਿੰਤਾ ਤੁਹਾਨੂੰ, ਇਹ ਫਿਕਰ ਤੁਹਾਨੂੰ। ਅਸੀਂ ਉਦਾਂ ਹੀ ਕਰਿੱਜੀ ਜਾਈਏ। ਜਿੰਨੇ ਜੀ ਜੰਤ ਨੇ ਮਹਾਰਾਜ ਸਭ ਤੁਹਾਡੀ ਸ਼ਰਨ 'ਚ ਨੇ, ਇਹਨਾਂ ਸਾਰਿਆਂ ਨੂੰ ਪਾਲਣ ਦੀ ਚਿੰਤਾ ਤੁਹਾਡੀ ਹੈ ਤੇ ਪਾਲਦੇ ਵੀ ਹੋ। ਕੱਲੇ ਮਨੁੱਖਾਂ ਨੂੰ ਥੋੜੀ ਪਾਲ ਰਹੇ ਹੋ। ਜਿਤਨੇ ਜੀ ਜੰਤ 84 ਇੱਕ ਇੱਕ ਜੂਨੀ 'ਚ ਕਰੋੜਾਂ ਜੀਵ ਨੇ, ਤੇ 84 ਲੱਖ ਜੂਨੀਆਂ 'ਚ ਕਿੰਨੇ ਜੀ ਨੇ? ਸਭ ਦੀ ਚਿੰਤਾ ਤੁਹਾਨੂੰ ਹੈ, ਸਭ ਨੂੰ ਤੁਸੀਂ ਪਾਲਣ ਵਾਲੇ ਹੋ, ਦਿਆਲੂ ਹੋ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀ ਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧ, ਸਰਬ ਸਮੈ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆਨਿਤ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ। ਛੱਡੀ ਦੀ ਕੋਈ ਜਗ੍ਹਾ, ਸਭ ਨੂੰ ਪਾਲਦੇ ਹੋ, ਸਾਰਿਆਂ ਦੀ ਚਿੰਤਾ ਤੁਹਾਡੇ ਪਾਸ ਹੈ। ਹਾਂਜੀ। ਜੋ ਤੁਧ ਭਾਵੈ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਤਾਂ ਅਰਦਾਸ ਹੈ ਤੁਹਾਡੇ ਚਰਨਾਂ 'ਚ, ਅੱਗੇ ਜੋ ਤੁਹਾਨੂੰ ਭਾਵੇ ਉਹੀ ਚੰਗਾ। ਅਰਦਾਸ ਕਰਨ ਦੀ ਕਿੱਡੀ ਵੱਡੀ ਜੁਗਤ ਗੁਰੂ ਨਾਨਕ ਸਾਹਿਬ ਦੱਸ ਗਏ ਨੇ ਇਸ ਪੰਕਤੀ 'ਚ, ਕਿ ਅਸੀਂ ਜਦੋਂ ਅਰਦਾਸ ਕਰਦੇ ਆ, ਨਹੀਂ ਏਦਾਂ ਹੀ ਹੋਵੇ, ਇਹ ਅਰਦਾਸ ਨਹੀਂ ਹੁੰਦੀ। ਮਹਾਰਾਜ ਮੈਂ ਇਹ ਅਰਦਾਸ ਕਰ ਰਿਹਾ, ਅੱਗੇ ਜੋ ਤੁਹਾਨੂੰ ਭਾਵੇ ਉਹ ਮੇਰੇ ਲਈ ਚੰਗਾ। ਮੈਨੂੰ ਇਦਾਂ ਜਾਪਦਾ ਮੇਰੀ ਇਹ ਬੇਨਤੀ ਹੈ, ਪਰ ਅੱਗੇ ਮੇਰੇ ਭਵਿੱਖ ਵਿੱਚ ਉਹ ਮੇਰੇ ਵੱਲੋਂ ਮੰਗੀ ਹੋਈ ਮੰਗ ਕੀ ਉਹਨੇ ਮੇਰੇ ਲਈ ਨੁਕਸਾਨ ਕਰਨਾ, ਕੀ ਫਾਇਦਾ ਕਰਨਾ, ਮੈਂ ਇਹ ਨਹੀਂ ਜਾਣਦਾ। ਇਹ ਤਾਂ ਤੁਸੀਂ ਜਾਣਦੇ ਹੋ ਨਾ। ਇਸ ਕਰਕੇ ਮੇਰੇ ਸਾਹਿਬ ਜੀ, ਜੋ ਤੁਹਾਨੂੰ ਚੰਗਾ ਲੱਗੇ ਉਹੀ ਮੈਨੂੰ ਪ੍ਰਵਾਨ ਹੈ। ਜੋ ਤੁਧ ਭਾਵੈ ਸੋਈ ਚੰਗਾ, ਮੇਰੇ ਲਈ ਉਹੀ ਚੰਗਾ। ਮੇਰੇ ਵੱਲੋਂ ਤਾਂ ਤੁਹਾਡੇ ਚਰਨਾਂ 'ਚ ਇੱਕ ਅਰਦਾਸ ਹੈ, ਬੇਨਤੀ ਹੈ, ਤੇ ਅਸੀਂ ਕਰ ਵੀ ਬੇਨਤੀ ਸਕਦੇ ਹਾਂ, ਅਰਦਾਸ ਹੀ ਕਰ ਸਕਦੇ ਹਾਂ ਆਪ ਜੀ ਦੇ ਚਰਨਾਂ 'ਚ। ਅੱਗੇ ਜੋ ਆਪ ਜੀ ਨੂੰ ਭਾਵੇ ਤਿਵੇਂ ਕਰੋ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਰਾਗ ਬਿਲਾਵਲ ਵਿੱਚ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰਾਂ ਦੀ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਆਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ। ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ